Today we will start chapter 6 Natural Vegetation and Wildlife of class 7. In this chapter we will read about the relationship between heights of land and character of vegetation. First before starting the chapter we will discuss about a small story that was about Salima. Salima was excited about the summer camp she was attending. ਜਿਹੜੀ ਸਲੀਮਾ ਗਰਲ ਸੀ ਉਸਨੇ ਸਮਰ ਕੈਂਪ ਅਟੈਂਡ ਕੀਤਾ ਸੀਗਾ। ਉਹ ਬਹੁਤ ਐਕਸਾਈਟਡ ਸੀ ਉਹਦੇ ਲਈ। ਉਹ ਕਿੱਥੇ ਗਈ ਸੀ? ਮਨਾਲੀ ਗਈ ਸੀ, ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਣੇ ਕਲਾਸਮੇਟਸ ਦੇ ਨਾਲ। ਉਸਨੇ ਕੀ ਕੀਤਾ? ਉਹ ਰੀਕਾਲਡ ਕਰ ਰਹੀ ਸੀਗੀ ਵੀ ਉਹ ਕਿੰਨਾ ਸਰਪ੍ਰਾਈਜ਼ਡ ਹੋਈ ਉਹ ਚੀਜ਼ਾਂ ਨੂੰ ਦੇਖ ਕੇ। ਜਿਸ ਤਰ੍ਹਾਂ ਸਾਡੀ ਜਿਹੜੀ ਲੈਂਡ ਫਾਰਮ ਆ ਅਤੇ ਨੈਚੁਰਲ ਵੈਜੀਟੇਸ਼ਨ ਆ ਜਿਹੜੀ, ਜਿਉਂ-ਜਿਉਂ ਉਹਨਾਂ ਦੀ ਬੱਸ ਸੀਗੀ ਜਿਹੜੀ ਉਹ ਉੱਪਰ ਵੱਲ ਜਾ ਰਹੀ ਸੀ, ਹਾਇਰ ਐਂਡ ਹਾਇਰ, ਤਾਂ ਉਸਨੇ ਕੀ ਫੀਲ ਕੀਤਾ ਵੀ ਜਿਹੜੀ ਸਾਡੀ ਲੈਂਡ ਫਾਰਮ ਔਰ ਜਿਹੜੀ ਸਾਡੀ ਨੈਚੁਰਲ ਵੈਜੀਟੇਸ਼ਨ ਆ ਉਹ ਚੇਂਜ ਹੋ ਰਹੀ ਆ ਜਿਉਂ-ਜਿਉਂ ਬੱਸ ਉੱਪਰ ਵੱਲ ਨੂੰ ਜਾ ਰਹੀ ਆ। ਦ ਡੀਪ ਜੰਗਲਸ ਆਫ ਦ ਫੁੱਟ ਹਿਲ ਕੰਪਰਾਈਜ਼ਿੰਗ ਸੌਲ ਐਂਡ ਟੀਕ ਸਲੋਲੀ ਡਿਸਅਪੀਅਰਡ। ਉਸਨੇ ਦੇਖਿਆ ਵੀ ਜਿਹੜੇ ਡੂੰਘੇ ਜੰਗਲ ਸੀਗੇ ਫੁੱਟ ਹਿਲਸ ਦੇ ਵਿੱਚ, ਉਹ ਕੀ ਸੀ? ਸੌਲ ਅਤੇ ਟੀਕ ਦੇ ਉਹ ਡਿਸਅਪੀਅਰ ਹੋਣੇ ਸ਼ੁਰੂ ਹੋ ਗਏ। ਤਾਂ ਉਸ ਤੋਂ ਬਾਅਦ ਉਸਨੇ ਕੀ ਦੇਖਿਆ? ਟੌਲ ਟਰੀਜ਼ ਦੇਖੇ ਜਿਨ੍ਹਾਂ ਦੇ ਥਿਨ ਪੁਆਇੰਟਡ ਲੀਵਸ ਸੀਗੇ ਔਰ ਕੋਨ ਸ਼ੇਪਡ ਕੈਨੋਪਾਈ ਸੀਗੀਆਂ ਮਾਊਂਟੇਨ ਸਲੋਪਸ ਦੇ ਉੱਪਰ। ਉਹਨੇ ਕੀ ਲਰਨਡ ਕੀਤਾ ਵੀ ਉਹ ਸਾਰੇ ਕੀ ਸੀਗੇ? ਕੋਨੀਫਰਸ ਟਰੀ ਸੀਗੇ। ਉਸਨੇ ਨੋਟਿਸ ਕੀਤਾ ਵੀ ਜਿਹੜੇ ਬ੍ਰਾਈਟ ਫਲਾਵਰ ਸੀਗੇ ਟਰੀਜ਼ ਦੇ ਉੱਪਰ, ਲੰਬੇ ਲੰਬੇ ਟਰੀਜ਼ ਦੇ ਉੱਪਰ ਬਲੂਮ ਕਰ ਰਹੇ ਸੀ। ਦੇ ਵਰ ਦਾ flowers of rhododendrons. From Manali as she was travelling up to the Rohtang Pass, ਮਨਾਲੀ ਤੋਂ ਬਾਅਦ ਜਦੋਂ ਉਹ ਰੋਹਤਾਂਗ ਪਾਸ ਵੱਲ ਨੂੰ ਟਰੈਵਲ ਕਰਨ ਲੱਗੇ ਤਾਂ ਉਸਨੇ ਕੀ ਦੇਖਿਆ? ਜਿਹੜੀ ਲੈਂਡ ਸੀਗੀ ਉਹ ਕਵਰ ਹੋਈ ਸੀ ਸ਼ਰਬਸ ਦੇ ਨਾਲ, ਮਤਲਬ ਕਿ ਸ਼ਾਰਟ ਗ੍ਰਾਸਿਸ ਐਂਡ ਸਨੋ ਇਨ ਸਮ ਪਲੇਸਿਸ। ਕੁਝ ਜਗ੍ਹਾ ਦੇ ਉੱਪਰ ਛੋਟੇ ਛੋਟੇ ਘਾਹ ਉੱਗਿਆ ਹੋਇਆ ਸੀ, ਸ਼ਰਬਸ ਉੱਗੀਆਂ ਹੋਈਆਂ ਸੀਗੀਆਂ, ਅਤੇ ਔਰ ਕੁਝ ਜਿਹੜੇ ਪਲੇਸ ਸੀਗੇ ਉਹ ਸਨੋ ਦੇ ਨਾਲ ਕਵਰਡ ਸੀਗੇ। ਕਲੀਅਰ? ਫਰੋਮ ਸਲੀਮਾਜ਼ ਆਬਜ਼ਰਵੇਸ਼ਨ ਵੀ ਸਰਮਾਈਜ਼ ਦੈਟ, ਸਲੀਮਾ ਦੀ ਆਬਜ਼ਰਵੇਸ਼ਨ ਤੋਂ ਅਸੀਂ ਕੀ ਦੇਖਦੇ ਹਾਂ, ਸਾਨੂੰ ਕੀ ਫੀਲ ਹੁੰਦਾ ਵੀ ਇਹਦੇ ਵਿੱਚ ਕਲੋਜ਼ ਰਿਲੇਸ਼ਨਸ਼ਿਪ ਆ ਕਿਹਦੇ ਵਿਚਕਾਰ? ਬਿਟਵੀਨ ਦਾ ਹਾਈਟ ਆਫ ਦਾ ਲੈਂਡ ਐਂਡ ਦਾ ਕਰੈਕਟਰ ਆਫ ਵੈਜੀਟੇਸ਼ਨ। ਜਿਹੜੇ ਵੈਜੀਟੇਸ਼ਨ ਦੇ ਕਰੈਕਟਰ ਨੇ ਅਤੇ ਜਿਹੜੀ ਲੈਂਡ ਦੀ ਹਾਈਟ ਆ ਉਹਦੇ ਵਿੱਚ ਇੱਕ ਕਲੋਜ਼ ਰਿਲੇਸ਼ਨਸ਼ਿਪ ਆ। ਕਲੀਅਰ? ਵਿਦ ਦਾ ਚੇਂਜ ਇਨ ਹਾਈਟ, ਜਿਉਂ-ਜਿਉਂ ਜਿਹੜੀ ਹਾਈਟ ਆ ਉਹ ਚੇਂਜ ਹੁੰਦੀ ਜਾਂਦੀ ਆ, ਜਿਹੜਾ ਕਲਾਈਮੇਟ ਆ ਉਹ ਵੀ ਚੇਂਜ ਹੁੰਦਾ ਜਾਂਦਾ, ਜਿਹੜਾ ਸਾਡੀਆਂ ਨੈਚੁਰਲ ਵੈਜੀਟੇਸ਼ਨ ਆ ਉਹ ਵੀ ਚੇਂਜ ਹੁੰਦੀ ਜਾਂਦੀ ਆ। ਦ ਗਰੋਥ ਆਫ ਦਾ ਵੈਜੀਟੇਸ਼ਨ ਡਿਪੈਂਡਸ ਔਨ ਦਾ ਟੈਂਪਰੇਚਰ ਐਂਡ ਮੋਇਸਚਰ। ਜਿਹੜੀ ਗਰੋਥ ਆ ਵੈਜੀਟੇਸ਼ਨ ਦੀ ਉਹ ਕਾਹਦੇ ਉੱਪਰ ਡਿਪੈਂਡ ਕਰਦੀ ਆ? ਉਸ ਜਗ੍ਹਾ ਦੇ ਟੈਂਪਰੇਚਰ ਅਤੇ ਉੱਥੇ ਮੋਇਸਚਰ ਕਿੰਨਾ ਇਸ ਦੇ ਉੱਪਰ ਡਿਪੈਂਡ ਕਰਦੀ ਆ। ਔਰ ਹੋਰ ਜਿਹੜੇ ਫੈਕਟਰਸ ਨੇ ਜਿਨ੍ਹਾਂ ਦੇ ਉੱਪਰ ਉਹ ਡਿਪੈਂਡ ਕਰਦੀ ਆ, ਲਾਈਕ ਸਲੋਪ ਐਂਡ ਥਿਕਨੈਸ ਆਫ ਸੋਇਲ, ਸੋਇਲ ਦੀ ਕਿਹੋ ਜਿਹੀ ਥਿਕਨੈਸ ਆ ਔਰ ਕਿੰਨੀ ਕੁ ਉੱਥੇ ਢਲਾਣ ਆ। ਇਹ ਸਾਰੇ ਜਿਹੜੇ ਫੈਕਟਰਸ ਨੇ ਇਹ ਸਾਡੀ ਨੈਚੁਰਲ ਵੈਜੀਟੇਸ਼ਨ ਨੂੰ ਅਫੈਕਟ ਕਰਦੇ ਨੇ। ਠੀਕ ਹੈ ਜੀ? ਇਟ ਡਿਪੈਂਡ ਅਪੋਨ ਮਲਟੀਪਲ ਫੈਕਟਰਸ। ਵਨ ਇਜ਼ ਹਾਈਟ ਆਫ ਲੈਂਡ, ਸੈਕਿੰਡ ਵਨ ਇਜ਼ ਕਲਾਈਮੇਟ, ਥਰਡ ਵਨ ਇਜ਼ ਟੈਂਪਰੇਚਰ ਐਂਡ ਮੋਇਸਚਰ, ਫੋਰਥ ਵਨ ਇਜ਼ ਸਲੋਪ ਐਂਡ ਥਿਕਨੈਸ ਆਫ ਦਾ ਸੋਇਲ। ਨੈਕਸਟ ਜਿਹੜੀ ਟਾਈਪ ਔਰ ਥਿਕਨੈਸ ਆ ਨੈਚੁਰਲ ਵੈਜੀਟੇਸ਼ਨ ਦੀ ਉਹ ਵੇਰੀ ਕਰਦੀ ਆ ਪਲੇਸ ਟੂ ਪਲੇਸ, ਜਗ੍ਹਾ ਤੋਂ ਜਗ੍ਹਾ ਉਹ ਵੇਰੀ ਕਰਦੀ ਹੈ। ਬਿਕੋਜ਼ ਆਫ ਦਾ ਵੇਰੀਏਸ਼ਨ ਇਨ ਦੀਜ਼ ਫੈਕਟਰਸ, ਜਿਹੜੇ ਫੈਕਟਰਸ ਉੱਪਰ ਆਪਾਂ ਡਿਸਕਸ ਕੀਤੇ ਨੇ, ਹਾਈਟ ਆਫ ਲੈਂਡ, ਸੈਕਿੰਡ ਵਨ ਇਜ਼ ਕਲਾਈਮੇਟ, ਥਰਡ ਵਨ ਇਜ਼ ਟੈਂਪਰੇਚਰ ਐਂਡ ਮੋਇਸਚਰ, ਫੋਰਥ ਵਨ ਇਜ਼ ਸਲੋਪ ਐਂਡ ਥਿਕਨੈਸ ਆਫ ਸੋਇਲ। ਆਲ ਦੀਜ਼ ਜਿਹੜੇ ਸਾਡੇ ਫੈਕਟਰਸ ਨੇ ਉਹ ਉਹਨਾਂ ਦੇ ਉੱਪਰ ਜਿਹੜੀ ਨੈਚੁਰਲ ਵੈਜੀਟੇਸ਼ਨ ਹੈ ਇਹ ਉਹਨਾਂ ਦੇ ਉੱਪਰ ਡਿਪੈਂਡ ਕਰਦੀ ਹੈ। ਠੀਕ ਹੈ ਜੀ? ਨੈਚੁਰਲ ਵੈਜੀਟੇਸ਼ਨ ਹੈ ਜਿਹੜੀ ਉਹ ਜਨਰਲੀ ਕਲਾਸੀਫਾਈ ਕਰਦੀ ਆ 3 ਬਰੋਡ ਕੈਟੇਗਰੀਜ਼ ਦੇ ਵਿੱਚ। ਜਿਹੜੀਆਂ ਸਾਡੀ ਨੈਚੁਰਲ ਵੈਜੀਟੇਸ਼ਨ ਆ ਉਹਦੀਆਂ 3 ਟਾਈਪਸ ਨੇ। ਨੰਬਰ 1 ਇਜ਼ ਫੋਰੈਸਟ, ਨੰਬਰ 2 ਇਜ਼ ਗ੍ਰਾਸਲੈਂਡਸ ਐਂਡ ਨੰਬਰ 3 ਇਜ਼ ਸ਼ਰਬਸ। ਫਸਟ ਵੀ ਵਿਲ ਡਿਸਕਸ ਅਬਾਊਟ ਫੋਰੈਸਟ। ਫੋਰੈਸਟ ਕੀ ਹੁੰਦੇ ਨੇ? ਵਿਚ ਗਰੋ ਵੇਅਰ ਟੈਂਪਰੇਚਰ ਐਂਡ ਰੇਨਫਾਲ ਆਰ ਪਲੈਂਟੀਫੁਲ ਟੂ ਸਪੋਰਟ ਆ ਟਰੀ ਕਵਰ। ਠੀਕ ਹੈ ਜੀ? ਫੋਰੈਸਟ ਕੀ ਨੇ? ਜਿੱਥੇ ਬਹੁਤ ਜ਼ਿਆਦਾ ਰੇਨਫਾਲ ਹੁੰਦੀ ਹੈ। ਠੀਕ ਹੈ? ਜਿਹੜਾ ਉੱਥੋਂ ਦਾ ਟੈਂਪਰੇਚਰ ਆ ਜਾਂ ਜਿਹੜੀ ਉੱਥੇ ਰੇਨਫਾਲ ਆ ਜ਼ਿਆਦਾ ਹੁੰਦੀ ਹੈ। ਠੀਕ ਹੈ ਜੀ? ਡਿਪੈਂਡਿੰਗ ਅਪੋਨ ਦੀਜ਼ ਫੈਕਟਰਸ ਡੈਂਸ ਐਂਡ ਓਪਨ ਫੋਰੈਸਟਸ ਆਰ ਗਰੋਨ। ਟੈਂਪਰੇਚਰ ਉੱਥੋਂ ਦਾ ਕਿਹੋ ਜਿਹਾ,
ਔਰ ਜਿੱਥੇ ਜ਼ਿਆਦਾ ਰੇਨਫਾਲ ਹੁੰਦੀ ਆ ਉੱਥੇ ਜ਼ਿਆਦਾ ਜਿਹੜੇ ਟਰੀਜ਼ ਨੇ ਉਹ ਗਰੋ ਹੁੰਦੇ ਨੇ। ਜਿਹੜੇ ਇਹ 2 ਫੈਕਟਰਸ ਨੇ ਟੈਂਪਰੇਚਰ ਐਂਡ ਰੇਨਫਾਲ, ਇਹਦੇ ਨਾਲ ਕੀ ਹੁੰਦਾ ਵਾ, ਇਹ ਜਿਹੜੇ ਫੈਕਟਰ ਨੇ ਇਹਨਾਂ ਦੇ ਉੱਪਰ ਡਿਪੈਂਡ ਕਰਦਾ ਵੀ ਫੋਰੈਸਟ ਕਿੰਨੇ ਸੰਘਣੇ ਨੇ, ਠੀਕ ਹੈ, ਤੇ ਕਿਹੇ ਜਿਹੇ ਫੋਰੈਸਟ ਗਰੋ ਹੋ ਰਹੇ ਨੇ। ਕਲੀਅਰ। ਨੈਕਸਟ ਹੈਗਾ ਗ੍ਰਾਸਲੈਂਡਸ। ਫੋਰੈਸਟ ਕੀ ਨੇ? ਫੋਰੈਸਟ ਜੰਗਲ ਹੁੰਦੇ ਨੇ। ਗ੍ਰਾਸਲੈਂਡਸ ਕੀ ਨੇ? ਗਰੋ ਇਨ ਦ ਰੀਜਨ ਆਫ ਮੋਡਰੇਟ ਰੇਨ। ਗ੍ਰਾਸਲੈਂਡਸ ਉੱਥੇ ਗਰੋ ਹੁੰਦੇ ਨੇ ਜਿੱਥੇ ਮੋਡਰੇਟ ਰੇਨ ਹੁੰਦੀ ਆ, ਜਿੱਥੇ ਜ਼ਿਆਦਾ ਰੇਨਫਾਲ ਹੁੰਦੀ ਆ ਉੱਥੇ ਕੀ ਗਰੋ ਹੁੰਦੇ ਨੇ? ਫੋਰੈਸਟ। ਜਿੱਥੇ ਮੋਡਰੇਟ ਰੇਨ ਗਰੋ ਹੁੰਦੀ ਆ ਉੱਥੇ ਕੀ ਗਰੋ ਹੁੰਦੇ ਨੇ? ਗ੍ਰਾਸਲੈਂਡਸ। ਨੈਕਸਟ ਇਜ਼ ਸ਼ਰਬਸ। ਥੋਰਨੀ ਸ਼ਰਬਸ ਐਂਡ ਸਕਰਬਸ ਗਰੋ ਇਨ ਦਾ ਡਰਾਈ ਰੀਜਨ। ਥੋਰਨੀ ਸ਼ਰਬਸ ਤੇ ਸਕਰਬਸ ਕਿੱਥੇ ਗਰੋ ਹੁੰਦੀਆਂ ਨੇ? ਜਿੱਥੇ ਡਰਾਈ ਰੀਜਨ ਹੋਵੇ, ਠੀਕ ਹੈ, ਨਾ ਤਾਂ ਜ਼ਿਆਦਾ ਉੱਥੇ ਬਾਰਿਸ਼ ਵਗੈਰਾ ਨਹੀਂ ਹੁੰਦੀ, ਸੁੱਕਾ ਏਰੀਆ ਹੁੰਦਾ ਜਿਹੜਾ, ਉੱਥੇ ਸ਼ਰਬਸ ਗਰੋ ਹੁੰਦੀਆਂ ਨੇ। ਜਿਹੜੀ ਸਲੀਮਾ ਗਰਲ ਹੈ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਹ ਆਪਣਾ ਐਕਸਪੀਰੀਅੰਸ ਹਿਮਾਲਯਨ ਟ੍ਰਿਪ ਦਾ ਆਪਣੇ ਫਾਦਰ ਦੇ ਨਾਲ ਸ਼ੇਅਰ ਕਰਦੀ ਹੈ। ਤੇ ਜਿਹੜੇ ਉਹਦੇ ਫਾਦਰ ਨੇ ਉਹ ਅਲੱਗ-ਅਲੱਗ ਜਗ੍ਹਾ ਵਰਲਡ ਦੇ ਵਿੱਚ ਘੁੰਮਦੇ ਰਹਿੰਦੇ ਨੇ। ਉਹਨਾਂ ਨੇ ਸਲੀਮਾ ਨੂੰ ਦੱਸਿਆ ਵੀ ਉਹਨਾਂ ਦੀ ਆਬਜ਼ਰਵੇਸ਼ਨ ਦੇ ਅਕੋਰਡਿੰਗ, ਠੀਕ ਹੈ, ਉਹਨਾਂ ਦੀ ਰਾਏ ਦੇ ਅਕੋਰਡਿੰਗ ਦੇਅਰ ਆਰ ਵੈਰਾਈਟੀ ਆਫ ਵੈਜੀਟੇਸ਼ਨ ਇਨ ਡਿਫਰੈਂਟ ਪਾਰਟਸ ਆਫ ਡਿਫਰੈਂਟ ਕੰਟੀਨੈਂਟਸ। ਜਿਹੜੇ ਸਾਡੇ ਵਰਲਡ ਦੇ ਡਿਫਰੈਂਟ ਕੰਟੀਨੈਂਟਸ ਨੇ, ਤਾਂ ਅਸੀਂ ਜਾਣਦੇ ਹਾਂ ਨਾ ਸਾਡੇ 7 ਕੰਟੀਨੈਂਟਸ ਨੇ, ਔਰ ਉਹਨਾਂ ਦੇ ਅਲੱਗ-ਅਲੱਗ ਪਾਰਟਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਵੈਜੀਟੇਸ਼ਨ ਆ। ਉਹਨਾਂ ਨੇ ਮੈਂਸ਼ਨ ਕੀਤਾ ਜਿਹੜੇ ਕੋਨੀਫਰਸ ਫੋਰੈਸਟ ਨੇ ਸਬ ਪੋਲਰ ਰੀਜਨ ਦੇ ਵਿੱਚ, ਠੀਕ ਹੈ, ਉਹਦੇ ਬਾਰੇ ਡਿਸਕਸ ਕੀਤਾ। ਥੋਰਨੀ ਬੁਸ਼ਿਸ ਗਰੋ ਹੁੰਦੀਆਂ ਨੇ ਡੈਜ਼ਰਟ ਦੇ ਵਿੱਚ। ਥਿਕ ਟ੍ਰੋਪੀਕਲ ਹਾਰਡਵੁੱਡ ਫੋਰੈਸਟ ਹੁੰਦੇ ਆ ਹਿਊਮਿਡ ਰੀਜਨਸ ਦੇ ਵਿੱਚ। ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਆਪਣੀ ਬੇਟੀ ਦੇ ਨਾਲ ਡਿਸਕਸ ਕੀਤਾ। ਸਲੀਮਾ realized the Himalayas have almost all variety of vegetation which one can see while moving from the equator to the polar region। ਸਲੀਮਾ ਨੇ ਰਿਅਲਾਈਜ਼ ਕੀਤਾ ਵੀ ਜਦੋਂ ਹਿਮਾਲਿਆ ਗਏ ਸੀ ਉਸਨੇ ਵੈਰਾਈਟੀ ਆਫ ਵੈਜੀਟੇਸ਼ਨ ਦੇਖੀ ਜਿਹੜੀ ਇਕੁਏਟਰ ਤੋਂ ਲੈ ਕੇ ਪੋਲਰ ਰੀਜਨਸ ਦੇ ਤੱਕ ਸੀਗੀ। ਇਹ ਜਿਹੜੀ ਚੇਂਜ ਆ ਇਨ ਦਾ ਟਾਈਪ ਆਫ ਨੈਚੁਰਲ ਵੈਜੀਟੇਸ਼ਨ ਅਕਰ ਹੁੰਦੀ ਆ ਮੇਨਲੀ ਕਾਹਦੇ ਕਰਕੇ? ਕਲਾਈਮੇਟ ਕੰਡੀਸ਼ਨ ਕਰਕੇ। ਕਿਸੇ ਵੀ ਜਗ੍ਹਾ ਦਾ ਜਿਹੜਾ ਕਲਾਈਮੇਟ ਆ ਉਹ ਵੇਰੀ ਕਰਦਾ, ਡਿਫਰੈਂਟ ਹੁੰਦਾ, ਉਸੇ ਤਰ੍ਹਾਂ ਦੀ ਵੈਜੀਟੇਸ਼ਨ ਉੱਥੇ ਹੁੰਦੀ ਆ। ਲੈਟ ਅਸ ਗੈਟ ਟੂ ਨੋ ਦ ਡਿਫਰੈਂਟ ਟਾਈਪਸ ਆਫ ਨੈਚੁਰਲ ਵੈਜੀਟੇਸ਼ਨ ਆਫ ਦ ਵਰਲਡ ਵਿਦ ਦੇਅਰ ਕਰੈਕਟਰਿਸਟਿਕਸ, ਫੀਚਰਸ ਐਂਡ ਵਾਈਲਡ ਲਾਈਫ ਇਨਹੈਬਿਟਿੰਗ ਦੇਅਰ। ਅਸੀਂ ਹੁਣ ਅਲੱਗ-ਅਲੱਗ ਫੋਰੈਸਟਸ ਬਾਰੇ ਰੀਡ ਕਰਾਂਗੇ ਤੇ ਉਹਨਾਂ ਦਾ ਨੈਚੁਰਲ ਵੈਜੀਟੇਸ਼ਨ ਅਸੀਂ ਚੰਗੀ ਤਰ੍ਹਾਂ ਪੜ੍ਹਾਂਗੇ, ਠੀਕ ਹੈ, ਸਾਡੇ ਵਰਲਡ ਦਾ ਉਹਦੇ ਕੀ ਕਰੈਕਟਰਿਸਟਿਕਸ ਨੇ ਅਲੱਗ-ਅਲੱਗ ਫੋਰੈਸਟ ਦੇ, ਤੇ ਕਿਹੜੀ ਉੱਥੇ ਵਾਈਲਡ ਲਾਈਫ ਹੈ ਉਹਦੇ ਬਾਰੇ ਅਸੀਂ ਨੈਕਸਟ ਰੀਡ ਕਰਾਂਗੇ। ਨੈਕਸਟ ਵੀ ਵਿਲ ਡਿਸਕਸ ਅਬਾਊਟ ਫੋਰੈਸਟ। ਫਰਸਟ ਇਜ਼ ਟ੍ਰੋਪੀਕਲ ਐਵਰਗ੍ਰੀਨ ਫੋਰੈਸਟ। what is the meaning of tropical? Tropical means region around equator or in between tropic of cancer। ਉਹ ਰੀਜਨ ਜਿਹੜਾ equator, ਠੀਕ ਹੈ, ਜਾਂ ਟ੍ਰੋਪਿਕ ਆਫ ਕੈਂਸਰ ਤੇ ਟ੍ਰੋਪਿਕ ਆਫ ਕੈਪਰੀਕੋਰਨ ਦੇ ਵਿਚਕਾਰ ਆ, ਉਸਨੂੰ ਟ੍ਰੋਪੀਕਲ ਕਹਿੰਦੇ ਨੇ। ਦੈਨ ਨੈਕਸਟ ਇਜ਼ ਦਾ ਐਵਰਗ੍ਰੀਨ। ਐਵਰਗ੍ਰੀਨ ਦਾ ਮਤਲਬ ਕੀ ਆ? ਗਰੋ ਥਰੂ ਆਊਟ ਦਾ ਈਅਰ ਔਰ ਆਲਵੇਜ਼, ਸਾਰਾ ਸਾਲ ਜਿਹੜਾ ਹਰਾ ਰਹਿੰਦਾ ਵਾ। ਨੈਕਸਟ ਵਰਡ ਹੈਗਾ ਫੋਰੈਸਟ। ਵਟ ਇਜ਼ ਫੋਰੈਸਟ? ਏਰੀਆ ਕਵਰਡ ਵਿਦ ਟਰੀਜ਼। ਉਹ ਏਰੀਆ ਜਿਹੜਾ ਦਰਖਤਾਂ ਦੇ ਨਾਲ ਕਵਰਡ ਹੁੰਦਾ। ਨੈਕਸਟ ਹੈਗਾ ਉੱਥੇ ਟੈਂਪਰੇਚਰ ਆ ਜਿਹੜਾ ਉਹ ਗੁੱਡ ਹੁੰਦਾ। ਥਰਡ ਇਜ਼ ਪਲੈਂਟੀ ਆਫ ਰੇਨਫਾਲ। ਜਿੱਥੇ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਆ ਉੱਥੇ ਫੋਰੈਸਟ ਹੁੰਦੇ ਨੇ। ਕਲੀਅਰ। These forests are also called tropical rain forest। ਜਿਹੜੇ tropical evergreen forest ਨੇ ਉਹਨਾਂ ਨੂੰ tropical rain forest ਵੀ ਕਹਿੰਦੇ ਨੇ। These thick forests occur in the regions near the equator and close to the tropics। ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਵੀ tropical ਦਾ ਮੀਨਿੰਗ ਕੀ ਆ। ਉਹ ਰੀਜਨ ਜਿਹੜਾ ਇਕੁਏਟਰ ਦੇ ਨੇੜੇ ਆ ਤੇ ਟ੍ਰੋਪਿਕ ਆਫ ਕੈਂਸਰ ਤੇ ਟ੍ਰੋਪਿਕ ਆਫ ਕੈਪਰੀਕੋਰਨ ਦੇ ਵਿਚਕਾਰ ਹੈ। These regions are hot and receive heavy rainfall throughout the year। ਇੱਥੇ ਸਾਰਾ ਸਾਲ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ, ਪਰ ਇਹ ਹੌਟ ਰੀਜਨਸ ਨੇ ਕਿਉਂਕਿ ਬਟ ਐਜ਼ ਦੇਅਰ ਇਜ਼ ਨੋ ਪਾਰਟੀਕੂਲਰ ਡਰਾਈ ਸੀਜ਼ਨ, ਇੱਥੇ ਪਾਰਟੀਕੂਲਰ ਡਰਾਈ ਸੀਜ਼ਨ ਨਹੀਂ ਹੁੰਦਾ। ਦ ਟਰੀਜ਼ ਡੂ ਨਾਟ ਸ਼ੈਡ ਦੇਅਰ ਲੀਵਸ ਆਲ ਟੂਗੈਦਰ। ਔਰ ਜਿਹੜੇ ਇੱਥੋਂ ਦੇ ਟਰੀਜ਼ ਨੇ ਉਹਨਾਂ ਦੇ ਜਿਹੜੇ ਪੱਤੇ ਨੇ ਉਹ ਕਦੇ ਵੀ ਗਿਰਦੇ ਨਹੀਂ, ਇਸ ਕਰਕੇ ਦੇ ਆਰ ਕਾਲਡ ਐਵਰਗ੍ਰੀਨ, ਮਤਲਬ ਕਿ ਸਾਰਾ ਸਾਲ ਇਹ ਹਰੇ ਰਹਿੰਦੇ ਨੇ। The thick canopies of the closely spaced trees do not allow the sunlight to penetrate inside the forest even in the daytime। even daytime ਦੇ ਵਿੱਚ ਵੀ ਜਿਹੜੀ ਸਨਲਾਈਟ ਆ ਉਹ ਨੀਚੇ ਤੱਕ ਨਹੀਂ ਪਹੁੰਚ ਪਾਉਂਦੀ ਕਿਉਂਕਿ ਉੱਥੇ ਜਿਹੜੇ ਟਰੀਜ਼ ਨੇ ਉਹ ਇੰਨੇ ਜ਼ਿਆਦਾ ਸੰਘਣੇ ਨੇ। ਹਾਰਡਵੁੱਡ ਟਰੀਜ਼, ਕਿਹੜੇ ਟਰੀਜ਼ ਇੱਥੇ ਗਰੋ ਹੁੰਦੇ ਨੇ ਜਿਨ੍ਹਾਂ ਦੀ ਵੁੱਡ ਹਾਰਡ ਹੁੰਦੀ ਆ? ਲਾਈਕ ਰੋਜ਼ਵੁੱਡ, ਐਬਨੀ,
mahogany are common here. ठीक है जी, these are the names of the trees that grow in tropical evergreen forest. Next are tropical deciduous forests. Tropical the same meaning region around equator or in between Tropic of Cancer and Tropic of Capricorn. Next is deciduous means, ठीक है जी, जिन्हां दे लीव्स ने जिहड़े वो फॉल हुंदे ने ट्रीज दे उत्तों एट ए पार्टिकुलर सीजन। ਜਦੋਂ ਪਾਰਟਿਕੂਲਰ ਸੀਜ਼ਨ ਆ ਜਾਂਦਾ ਤਾਂ ਇਹ ਦਰਖਤਾਂ ਦੇ ਪੱਤੇ ਨੇ ਜਿਹੜੇ ਉਹ ਝੜਦੇ ਨੇ। ਟ੍ਰੋਪੀਕਲ ਡੈਸੀਡਿਊਸ ਫੋਰੈਸਟ ਦਾ ਅਦਰ ਨੇਮ ਕੀ ਆ? ਮੌਨਸੂਨ ਫੋਰੈਸਟ। ਇਹ ਕਿਹੜੇ ਏਰੀਆਜ਼ ਦੇ ਵਿੱਚ ਫਾਊਂਡ ਹੁੰਦੇ ਨੇ? ਲਾਰਜ ਪਾਰਟ ਆਫ ਇੰਡੀਆ, ਨਾਰਦਰਨ ਆਸਟ੍ਰੇਲੀਆ ਐਂਡ ਇਨ ਸੈਂਟਰਲ ਅਮਰੀਕਾ। ਜਿਹੜੇ ਇਹ ਰੀਜ਼ਨਸ ਨੇ ਉਹ ਐਕਸਪੀਰੀਅੰਸ ਕਰਦੇ ਆ ਸੀਜ਼ਨਲ ਚੇਂਜ। ਠੀਕ ਹੈ ਜੀ, ਸੀਜ਼ਨ ਦੀ ਚੇਂਜ ਦੇ ਨਾਲ ਇੱਥੇ ਚੇਂਜ ਆਉਂਦੀ ਆ। ਜਿਹੜੇ ਟਰੀਜ਼ ਨੇ ਉਹ ਸ਼ੈੱਡ ਕਰਦੇ ਨੇ ਲੀਵਸ ਜਦੋਂ ਡਰਾਈ ਸੀਜ਼ਨ ਹੁੰਦਾ ਟੂ ਕੰਜ਼ਰਵ ਵਾਟਰ ਨੂੰ ਕੰਜ਼ਰਵ ਕਰਨ ਦੇ ਲਈ। ਜਿਹੜੇ ਹਾਰਡਬੋਰਡ ਟਰੀਜ਼ ਇੱਥੇ ਫਾਈਂਡ ਹੁੰਦੇ ਨੇ ਫੋਰੈਸਟ ਦੇ ਵਿੱਚ ਉਹ ਕਿਹੜੇ ਨੇ? ਸਾਲ, ਟੀਕ, ਨੀਮ ਐਂਡ ਸ਼ੀਸ਼ਮ। ਜਿਹੜੀ ਹਾਰਡਬੋਰਡ ਹੈ ਟਰੀਜ਼ ਦੀ ਉਹ ਸਾਡੇ ਲਈ ਬਹੁਤ ਯੂਜ਼ਫੁਲ ਹੈ। ਕੀ ਬਣਾਉਂਦੇ ਹਾਂ ਅਸੀਂ ਉਹਦੇ ਲਈ? ਉਹਦੇ ਨਾਲ ਫਾਰ ਮੇਕਿੰਗ ਫਰਨੀਚਰ, ਟਰਾਂਸਪੋਰਟ ਐਂਡ ਕੰਸਟਰਕਸ਼ਨ ਮਟੀਰੀਅਲ। ਨੈਕਸਟ ਜਿਹੜੇ ਐਨੀਮਲਸ ਇਸ ਰੀਜ਼ਨਸ ਦੇ ਵਿੱਚ ਰਹਿੰਦੇ ਨੇ ਉਹ ਕਿਹੜੇ ਕਿਹੜੇ ਨੇ? ਟਾਈਗਰ, ਲਾਇਨ, ਐਲੀਫੈਂਟ, ਲੰਗੂਰਸ ਐਂਡ ਮੰਕੀਜ਼। Next, third one is temperate evergreen forest. What is the meaning of temperate? Region in between Tropic of Cancer, Arctic Circle. ठीक है जी, region ਜਿਹੜਾ Tropic of Cancer ਤੇ Arctic Circle ਦੇ ਵਿਚਕਾਰ ਆ। Next, और Tropic of Capricorn ਦੇ Antarctic Circle ਦੇ ਜਿਹੜਾ region ਵਿਚਕਾਰ ਆ ਉਸਨੂੰ temperate region ਕਹਿੰਦੇ ਨੇ। ਜਿਹੜੇ temperate evergreen forest ਨੇ ਉਹ ਲੋਕੇਟ ਹੁੰਦੇ ਨੇ ਮਿਡਲ ਲੈਟੀਟਿਊਡਨਲ ਕੋਸਟਲ ਰੀਜਨ ਦੇ ਵਿੱਚ। ਮੈਂ ਤੁਹਾਨੂੰ ਦੱਸ ਚੁੱਕੀ ਹਾਂ ਟ੍ਰੋਪਿਕ ਆਫ ਕੈਂਸਰ ਤੋਂ ਲੈ ਕੇ ਆਰਟਿਕ ਸਰਕਲ, ਟ੍ਰੋਪਿਕ ਆਫ ਕੈਪਰੀਕੋਰਨ ਤੋਂ ਲੈ ਕੇ ਇੰਟਾਰਕਟਿਕ ਸਰਕਲ। ਦੇ ਆਰ ਕਾਮਨਲੀ ਫਾਊਂਡ ਅਲੋਂਗ ਦਾ ਈਸਟਰਨ ਮਾਰਜਨ ਆਫ ਦਾ ਕੰਟੀਨੈਂਟਸ। ਐਗਜ਼ਾਮਪਲ ਇਨ ਸਾਊਥ ਈਸਟ USA, ਸਾਊਥ ਚਾਈਨਾ ਐਂਡ ਇਨ ਸਾਊਥ ਈਸਟ ਬ੍ਰਾਜ਼ੀਲ। They comprise both hard and softwood trees like oak, pine and eucalyptus trees. ਇੱਥੇ ਇਹ ਵਾਲੇ trees hard ਤੇ softwood ਦੋਨੋਂ types ਦੇ trees ਨੇ ਜਿਹੜੇ ਉਹ ਇੱਥੇ grow ਹੁੰਦੇ ਨੇ temperate evergreen forest ਦੇ ਵਿੱਚ। Next one is temperate deciduous forest. Temperate ਮਤਲਬ area that comes between Tropic of Cancer and Arctic Circle and Tropic of Capricorn and Antarctic Circle. Clear? Deciduous means those trees whose leaves fall off the trees at a particular season. ਕਿਸੇ particular season ਦੇ ਵਿੱਚ ਇਹਦੇ ਜਿਹੜੇ trees ਦੇ ਪੱਤੇ ਨੇ ਉਹ ਗਿਰਦੇ ਨੇ। as we go towards higher latitude, ਜਦੋਂ ਅਸੀਂ ਉੱਪਰ ਨੂੰ ਜਾਂਦੇ ਆ there are more temperate deciduous forests. ਠੀਕ ਹੈ, ਉੱਥੇ ਹੋਰ temperate deciduous forests grow ਹੁੰਦੇ ਨੇ। these are found in ਕਿਹੜੀ ਜਗ੍ਹਾ ਤੇ ਹੁੰਦੇ ਨੇ? north eastern part of USA, China, New Zealand, Chile and also found in the coastal regions of western Europe. They shed their leaves in dry season. Dry season ਦੇ ਵਿੱਚ ਇਹਨਾਂ ਦੇ ਪੱਤੇ ਗਿਰਦੇ ਨੇ। common trees ਕਿਹੜੇ grow ਹੁੰਦੇ ਨੇ? oak, ash, beech, etc. and animals found here are deer, foxes, wolves, etc. Words like peasants, munals are also found here. See in the picture, peasant and munal. These words are found here. Next is Mediterranean vegetation. Mediterranean मतलब it is a region near Mediterranean Sea. ਉਹ region ਜਿਹੜਾ Mediterranean Sea ਦੇ ਨਜ਼ਦੀਕ ਹੈ। ਵੈਜੀਟੇਸ਼ਨ ਦਾ ਮੀਨਿੰਗ ਕੀ ਆ? ਉਹ ਪਲਾਂਟਸ ਜਿਹੜੇ ਕੰਸੀਡਰਡ ਕਰਦੇ ਨੇ ਕਲੈਕਟਿਵਲੀ, ਜਿਹੜੇ ਕਲੈਕਟਿਵਲੀ ਗਲੋ ਹੁੰਦੇ ਨੇ ਉਹਨਾਂ ਨੂੰ ਵੈਜੀਟੇਸ਼ਨ ਕਹਿੰਦੇ ਨੇ। You have learned the most of the east and northeast margins of the continents are covered by temperate evergreen ਤੇ deciduous forest ਦੇ ਨਾਲ ਕਵਰ ਹੋਏ ਹੁੰਦੇ ਨੇ। ਤੇ ਜਿਹੜੇ ਵੈਸਟ ਤੇ ਸਾਊਥ ਵੈਸਟ ਮਾਰਜਨ ਆ ਕੰਟੀਨੈਂਟਸ ਦਾ ਉਹ ਡਿਫਰੈਂਟ ਹੁੰਦਾ। They have Mediterranean vegetation. Clear? ਵੈਸਟ ਤੇ ਸਾਊਥ ਵੈਸਟ ਜਿਹੜੇ ਮਾਰਜਨ ਕੰਟੀਨੈਂਟਸ ਦਾ ਮਾਰਜਨ ਆ ਉਹ ਡਿਫਰੈਂਟ ਆ ਤੇ ਜਿਹੜਾ ਉਹਨਾਂ ਦਾ ਉੱਥੇ ਕੀ ਆ? ਮੈਡੀਟੇਰੀਅਨ ਵੈਜੀਟੇਸ਼ਨ ਹੁੰਦੀ ਆ। ਇਹ ਮੋਸਟਲੀ ਕਿੱਥੇ ਫਾਊਂਡ ਹੁੰਦੀ ਆ? ਮੈਡੀਟੇਰੀਅਨ ਸੀ ਇਨ ਯੂਰਪ ਦੇ ਵਿੱਚ ਆ ਮੈਡੀਟੇਰੀਅਨ ਸੀ। ਅਫਰੀਕਾ ਐਂਡ ਏਸ਼ੀਆ। ਠੀਕ ਹੈ ਜੀ, this kind of vegetation is also found outside the actual Mediterranean region in California and USA, Southwest Asia, Southwestern ਸਾਊਥ ਅਮਰੀਕਾ ਐਂਡ ਸਾਊਥ ਵੈਸਟ ਆਸਟ੍ਰੇਲੀਆ। ਠੀਕ ਹੈ ਜੀ, ਇਸ ਜਗ੍ਹਾ 'ਤੇ ਮੈਡੀਟੇਰੀਅਨ ਜਿਹੜੇ ਵੈਜੀਟੇਸ਼ਨ ਆ ਇਹ ਫਾਊਂਡ ਆਊਟ ਹੁੰਦੀ ਹੈ। ਜਿਹੜੇ ਰੀਜ਼ਨਸ ਨੇ ਉਹ ਹੌਟ ਡਰਾਈ ਸਮਰਸ ਔਰ ਮਿਲਡ ਰੇਨੀ ਵਿੰਟਰਸ ਦਾ ਇੱਥੇ ਮੌਸਮ ਹੁੰਦਾ।
सिट्रस फ्रूट्स जैसे ऑरेंज फिग्स ऑलिव्स ग्रेप्स ने ਜਿਹੜੇ ਉਹ ਉੱਥੇ ਕਲਟੀਵੇਟ ਕੀਤੇ ਜਾਂਦੇ ਨੇ ਬਿਕੋਜ਼ ਜਿਹੜੇ ਇੱਥੇ ਲੋਕ ਨੇ ਉਹਨਾਂ ਨੇ ਰਿਮੂਵ ਕਰਤਾ ਨੈਚੁਰਲ ਵੈਜੀਟੇਸ਼ਨ ਨੂੰ ਇਨ ਆਰਡਰ ਟੂ ਕਲਟੀਵੇਟ ਠੀਕ ਹੈ ਕਲਟੀਵੇਟ ਮਤਲਬ ਕਿ ਜ਼ਮੀਨ ਨੂੰ ਬੋਹਣ ਦੇ ਲਈ ਉਹਨਾਂ ਨੇ ਨੈਚੁਰਲ ਵੈਜੀਟੇਸ਼ਨ ਨੂੰ ਖਤਮ ਕਰ ਦਿੱਤਾ ਬਟ ਦੇ ਵਾਂਟ ਟੂ ਪਰ ਉਹ ਚਾਹੁੰਦੇ ਨੇ देयर इजंट मच वाइल्ड लाइफ हेयर इतने ज़्यादा वाइल्ड लाइफ नहीं हैगी नैक्सट एंड लास्ट फॉरेस्ट इज़ कॉनीफॉरस फॉरेस्ट कॉनीफॉरस फॉरेस्ट किहड़े हुंदे ने वो रीजन जिहड़ा 50 डिग्री तो 70 डिग्री के विचकार हुंदा नॉर्थ लैटीट्यूड तो बिटवीन फ्रिज्ड एंड टैंपरेट जोन ये हायर लैटीट्यूड के विच फाइंड हुंदे ने नॉर्दर्न हैमिस्फीयर द स्पैक्टेट्रल कॉनीफॉरस फॉरेस्ट आर फाउंड दीज आर आल्सो कॉल्ड एज त्यागा ठीक है जी दीज फॉरेस्ट आर आल्सो सीन इन द हायर एल्टीट्यूड्स दीज आर द ट्रीज विच सलीमा फाउंड इन हिमालयाज इन अबंडेंस हिमालय दे विच सलीमा ने जिहड़े ट्रीज सीगे उसनूं बहुत क्वालिटी मतलब कि अबंडेंस दे विच मिले ने दे आर टॉल सॉफ्टवुड एवरग्रीन ट्रीज ठीक है वो लंबे ते सॉफ्टवुड वाले एवरग्रीन ट्रीज ने जिन्हां दे पत्ते कदे गिरदे नहीं द वुड्स ऑफ दीज ट्रीज आर वेरी यूजफुल फॉर मेकिंग वुड है जिहड़ी वो बहुत यूजफुल है ट्रीज दी फॉर मेकिंग पल्प जिहड़ी आ कादे लई यूज़ हुंदी आ फॉर मैन्युफैक्चरिंग पेपर एंड न्यूज़ प्रिंट्स ठीक है जी ये तो पेपर बनता है इस पल्प तो मैच बॉक्सिस एंड पैकिंग बॉक्सिस आर आल्सो मेड फ्रॉम सॉफ्टवुड जिहड़े साडे गत्तियां दे डब्बे बनते ने मैच बॉक्सिस मतलब कि जिहड़ियां असीं सीखां घर दे विच जालदे आ वो सारे जिहड़े डब्बे ने वो कादे तो बनदे आ सॉफ्टवुड तो बनदे आ चायर पाइन cedar are the more important variety of trees in these forest silver fox mink polar bear इत्थे common animals ने जिहड़े इस एरिया दे विच find out हुंदे ने that's all thank you